सत श्री अकाल जी। मैं डॉक्टर दमनजीत संधू, एसोसीएट प्रोफैसर डिपार्टमेंट ऑफ साइकोलॉजी, पंजाबी यूनिवर्सिटी पटियाला। ਅੱਜ ਮੈਂ ਗੱਲ ਕਰਾਂਗੀ ਕਰੀਅਰ ਕਾਉਂਸਲਿੰਗ ਦੀ। ਇਹਨਾਂ ਦਿਨਾਂ ਦੇ ਵਿੱਚ ਸਾਨੂੰ ਬਹੁਤ ਸਾਰੇ ਫੋਨ ਕਾਲਸ ਆ ਰਹੇ ਨੇ ਪੇਰੈਂਟਸ ਦੇ, ਬੱਚਿਆਂ ਦੇ, ਜੋ ਕਿ ਹੈਲਪ ਚਾਹੁੰਦੇ ਨੇ ਅਬਾਊਟ ਡਿਜ਼ਾਈਨਿੰਗ ਅ ਕਰੀਅਰ, ਕਿ ਕਰੀਅਰ ਕਿਸ ਤਰ੍ਹਾਂ ਚੂਜ਼ ਕਰੀਏ, ਕਰੀਅਰ ਕਿਸ ਤਰ੍ਹਾਂ ਬਣਾਈਏ। ਯੂਜੂਲੀ ਇਹਨਾਂ ਦਿਨਾਂ ਦੇ ਵਿੱਚ ਅਸੀਂ ਪਹਿਲਾਂ ਤਾਂ ਸਕੂਲਾਂ ਵਿੱਚ ਆਪ ਜਾਂਦੇ ਸੀਗੇ ਤੇ ਬੱਚੇ ਸਾਡੇ ਡਿਪਾਰਟਮੈਂਟ ਵੀ ਆਉਂਦੇ ਸੀਗੇ, ਜਿਨ੍ਹਾਂ ਤੇ ਅਸੀਂ ਕੋਈ ਨਾ ਕੋਈ ਸਾਈਕੋਲੋਜੀਕਲ ਟੈਸਟ ਵਗੈਰਾ ਕਰਕੇ ਉਹਨਾਂ ਨੂੰ ਐਡਵਾਈਸ ਕਰਦੇ ਸੀਗੇ ਕਿ ਇਹ ਵਾਲਾ ਕਰੀਅਰ ਤੁਹਾਡੇ ਲਈ ਠੀਕ ਰਹੇਗਾ। ਬਟ ਨਾਓ ਦਿਸ ਇਜ਼ ਪ੍ਰੈਕਟੀਕਲੀ ਨਾਟ ਪੋਸੀਬਲ। ਸੋ ਆਈ ਥॉट ਕਿ ਥਰੂ ਅ ਵੀਡੀਓ ਥੋੜੀ ਜੀ ਇਨਫੋਰਮੇਸ਼ਨ ਸ਼ੇਅਰ ਕੀਤੀ ਜਾਏ ਵਿਚ ਕੈਨ ਹੈਲਪ ਚਿਲਡਰਨ ਟੂ ਸਮ ਐਕਸਟੈਂਟ। ਸੋ ਫਸਟ ਆਫ ਆਲ ਲੈਟ ਮੀ ਟੈਲ ਯੂ ਵਨ ਥਿੰਗ ਕਿ ਕਰੀਅਰ ਦਾ ਬਣਨਾ ਇਜ਼ ਨॉट ਅ ਮੈਟਰ ਆਫ ਡੈਸਟੀਨੀ ਔਰ ਚਾਂਸ। ਸਾਨੂੰ ਕਰੀਅਰ ਬਹੁਤ ਹੀ ਸਟ੍ਰੈਟੇਜਿਕਲੀ ਤੇ ਬਹੁਤ ਸਾਇੰਟੀਫਿਕਲੀ ਪਲਾਨ ਕਰਨਾ ਪੈਂਦਾ ਹੈ। ਸਪੋਜ਼ ਅਸੀਂ ਪਟਿਆਲੇ ਤੋਂ ਚੇਨਈ ਜਾਣਾ ਹੈ, ਅਸੀਂ ਸੋਚਦੇ ਹਾਂ, ਸਾਨੂੰ ਪਤਾ ਹੁੰਦਾ ਹੈ ਕਿ ਅਸੀਂ ਪਹਿਲਾਂ ਦਿੱਲੀ ਕਿਸ ਤਰ੍ਹਾਂ ਜਾਣਾ ਹੈ, ਦਿੱਲੀ ਤੋਂ ਚੇਨਈ ਕਿਸ ਤਰ੍ਹਾਂ ਜਾਣਾ ਹੈ, ਤੇ ਅੱਗੇ ਜਿਹੜੀ ਸਾਡੀ ਡੈਸਟੀਨੇਸ਼ਨ ਹੈ ਅਸੀਂ ਕਿਸ ਤਰ੍ਹਾਂ ਜਾਣਾ ਹੈ। ਸੋ ਇਟ ਇਜ਼ ਇੰਪੋਰਟੈਂਟ ਕਿ ਅਸੀਂ ਪਹਿਲਾਂ ਆਪਣੇ ਕਰੀਅਰ ਦੇ ਗੋਲ ਨੂੰ ਅੰਡਰਸਟੈਂਡ ਕਰੀਏ ਕਿ ਸਾਡਾ ਡ੍ਰੀਮ ਗੋਲ ਕੀ ਹੈ, ਜਾਂ ਡ੍ਰੀਮ ਜੌਬ ਕੀ ਹੈ, ਜਾਂ ਸਾਡੀ ਡ੍ਰੀਮ ਡੈਸਟੀਨੇਸ਼ਨ ਇਨ ਕਰੀਅਰ ਕੀ ਹੈ, ਕਿੱਥੇ ਅਸੀਂ ਪਹੁੰਚਣਾ ਚਾਹੁੰਦੇ ਹਾਂ। then it is important to choose the right direction कि point A to point B किस तरह जाना है, ते point B to C किस तरह जाना है, किन्ने टाइम दे विच जाना है। so all this thing has to be kept in mind। इन्हां चीज़ां बारे सानू बहुत ही strategically plan out करना पैंदा है। so ये तो होगी करियर तक उस क्वेश्चन तक पहुंचने दी गल कि केड़ा करियर चूज करना है। so ਉਹਦੇ ਲਈ ਜਿਹੜੀ ਸਭ ਤੋਂ ਬੇਸਿਕ ਗੱਲ ਹੈ, first thing in that is knowing yourself। कि जे तुसी अपने आप नू नहीं जानते, you should not start this thinking about going on this journey। first important thing is कि अपने आप नू जानो। जदों बच्चे adolescent years विच आंदे ने, we would say कि around 14 ਤੋਂ ਲੈ ਕੇ 17-18 ਸਾਲਾਂ ਤੱਕ ਉਹਨਾਂ ਦੇ ਅੰਦਰ ਇਹ ਕੁਐਸਚਨ ਆ ਜਾਣਾ ਚਾਹੀਦਾ ਹੈ that they should understand who am I, what is the real me। ਉਹ ਆਪਣੀ ਆਈਡੈਂਟੀਟੀ ਬਾਰੇ ਥੋੜਾ ਜਿਹਾ ਸੁਚੇਤ ਹੋ ਜਾਣ, ਥੋੜਾ ਜਿਹਾ ਕੌਨਸ਼ੀਅਸ ਹੋਣ, ਆਪਣੇ ਆਪ ਨੂੰ ਜਾਣਨ ਦੀ ਕੋਸ਼ਿਸ਼ ਕਰਨ। ਜਿਵੇਂ ਕਿ ਕੋਈ ਬੱਚਾ 2-2.5 ਸਾਲ ਤੱਕ ਜਦੋਂ ਉਹ ਚੱਲਣਾ ਨਹੀਂ ਸਿੱਖਦਾ ਤੇ ਉਹਦੇ ਲਈ ਆਉਣ ਵਾਲੀ ਲਾਈਫ ਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮਸ ਆਉਂਦੀਆਂ ਨੇ। ਸਿਮਿਲਰਲੀ ਜਦੋਂ ਅਸੀਂ ਅਡੋਲੈਸੈਂਟ ਈਅਰਸ ਵਿੱਚ ਆਉਂਦੇ ਹਾਂ, ਸਾਡੇ ਲਈ ਇਹ ਬਹੁਤ ਵੱਡਾ ਡਿਵੈਲਪਮੈਂਟਲ ਟਾਸਕ ਹੈ ਕਿ ਅਸੀਂ ਆਪਣੇ ਆਪ ਬਾਰੇ ਜਾਣੀਏ, ਆਪਣੇ ਆਪ ਨੂੰ ਪਹਿਚਾਣੀਏ। ਤੇ ਜਿਹੜੇ ਬੱਚੇ ਇਸ ਉਮਰ ਦੇ ਵਿੱਚ ਆਪਣੇ ਆਪ ਨੂੰ ਨਹੀਂ ਜਾਣ ਪਾਉਂਦੇ, ਆਪਣੇ ਆਪ ਤੇ ਸੈਲਫ ਵਰਕ ਨਹੀਂ ਕਰਦੇ, ਦੇ ਡੋਂਟ ਅੰਡਰਸਟੈਂਡ who they are, what they want in life, ਉਹਨਾਂ ਦਾ ਡਾਇਰੈਕਸ਼ਨ ਕੀ ਹੈ, ਪਰਪਸ ਕੀ ਹੈ। it is like missing the last bus। ਜਿਵੇਂ ਕਿ ਘਰ ਜਾਣਾ ਹੈ ਰਾਤ ਨੂੰ ਤੇ ਅਖੀਰਲੀ ਬੱਸ ਛੁੱਟ ਗਈ ਤਾਂ ਫਿਰ ਬਹੁਤ ਮੁਸ਼ਕਿਲ ਨਾ ਲੱਗੇ ਆਪਣੀ ਮੰਜ਼ਿਲ ਤੱਕ ਪਹੁੰਚਦੇ ਹੋ। so this is the right time। ਬੱਚੇ ਜਦੋਂ 14-15 ਤੋਂ ਲੈ ਕੇ 18 ਸਾਲ ਵਾਲੇ ਨੇ, they have to understand ਕਿ ਉਹ ਕਿਹੜੀ ਕੈਟੇਗਰੀ ਵਿੱਚ ਨੇ। ਜਿੰਨਾ 4 ਕੈਟੇਗਰੀਜ਼ ਦੀ ਮੈਂ ਗੱਲ ਕਰਾਂਗੀ, ਉਹ ਆਪਣੇ ਆਪ ਨੂੰ ਅੰਡਰਸਟੈਂਡ ਕਰਨ ਤੇ ਆਪਣੇ ਆਪ ਨੂੰ ਇਵੈਲੂਏਟ ਕਰਨ ਕਿ ਅਸੀਂ ਹੁਣ ਅੱਗੇ ਕਿੱਥੇ ਜਾਣਾ ਹੈ। ਬਿਫੋਰ ਨੋਇੰਗ ਵੇਅਰ ਦੇ ਆਰ, ਇਟ ਇਜ਼ ਵੈਰੀ ਡਿਫਿਕਲਟ ਟੂ embark on a new journey। ਅਗਲੀ ਜਰਨੀ ਤੇ ਜਾਣਾ ਮੁਸ਼ਕਿਲ ਹੈ। ਸੋ ਜਦੋਂ ਅਸੀਂ ਆਈਡੈਂਟੀਟੀ ਦੀ ਗੱਲ ਕਰਦੇ ਹਾਂ, ਉਹਦੇ ਵਿੱਚ ਅਸੀਂ 4 ਸਟੇਟਸਿਸ ਦੀ ਗੱਲ ਕਰ ਰਹੇ ਹਾਂ। ਹੁਣ ਜਿਹੜੇ ਵੀ ਬੱਚੇ ਨੂੰ ਸੁਣ ਰਹੇ ਨੇ, ਉਹ ਆਪਣੇ ਆਪ ਨੂੰ ਨਾਲ ਹੀ ਸੈਲਫ ਇਵੈਲੂਏਸ਼ਨ ਕਰ ਲੈਣ। ਪਹਿਲਾ ਸਟੇਟਸ ਜਿਹੜਾ ਕਿ ਸਭ ਤੋਂ ਨੀਚੇ ਅਸੀਂ ਮੰਨਦੇ ਹਾਂ, ਦੈਟ ਇਜ਼ ਕਾਲਡ ਆਈਡੈਂਟੀਟੀ ਡਿਫਿਊਜ਼ਨ। ਜਿਹੜੇ ਬੱਚੇ ਇਸ ਕੈਟੇਗਰੀ 'ਚ ਹੁੰਦੇ ਨੇ, ਉਹਨਾਂ ਦੀ ਨਾ ਤਾਂ ਕੋਈ ਕਮਿਟਮੈਂਟ ਹੈ ਅਜੇ, ਦੇ ਆਰ ਨਾਟ ਸ਼ਿਓਰ ਕਿ ਅਸੀਂ ਕੀ ਕਰਨਾ ਹੈ, ਦੇ ਡੋਂਟ ਨੋ ਕਿ ਅਸੀਂ ਲਾਈਫ 'ਚ ਸਾਨੂੰ ਕੀ ਚਾਹੀਦਾ ਹੈ, ਕਿਹੜੇ ਪ੍ਰੋਫੈਸ਼ਨ 'ਚ ਜਾਣਾ ਹੈ, ਕੀ ਸਾਡੀਆਂ ਸਕਿੱਲਸ ਨੇ, ਕੀ ਸਾਡੀਆਂ ਟੈਲੈਂਟਸ ਨੇ, ਕੀ ਸਾਡੇ ਪੋਜ਼ਿਟਿਵ ਪੁਆਇੰਟਸ ਨੇ। ਦੇ ਹੈਵ ਨੋ ਆਈਡੀਆ ਅਬਾਊਟ ਦਿਸ ਥਿੰਗ ਐਂਡ ਉਹ ਬੋਦਰ ਵੀ ਨਹੀਂ ਕਰਦੇ ਇਹਨਾਂ ਚੀਜ਼ਾਂ ਦੇ ਨਾਲ, ਉਹ ਕੰਸਰਨਡ ਵੀ ਨਹੀਂ ਨੇ। ਜੇ ਉਹਨਾਂ ਨੂੰ ਪੁੱਛੀਏ ਨਾ ਕਿ ਤੁਸੀਂ ਕੀ ਕਰਨਾ ਹੈ, ਉਹ ਕਹਿਣਗੇ ਦੇਖੀ ਜਾਏਗੀ, ਕਰ ਲਾਂਗੇ, ਪਤਾ ਨਹੀਂ, ਸੋਚਿਆ ਨਹੀਂ, ਜਿੱਦਾਂ ਹੋਊਗਾ ਦੇਖ ਲਾਂਗੇ। ਸੋ ਦਿਸ ਇਜ਼ ਦੇਅਰ ਟਿਪੀਕਲ ਆਨਸਰ। ਸੋ ਇਹ ਜਿਹੜੇ ਬੱਚੇ ਨੇ, ਇਹ ਫਿਰ ਅੱਗੇ ਆਪਣੇ ਕਰੀਅਰ ਦੇ ਵਿੱਚ ਬਹੁਤ ਜ਼ਿਆਦਾ ਸਕਸੈਸਫੁਲ ਨਹੀਂ ਰਹਿੰਦੇ, ਕਿਉਂਕਿ ਇਹਨਾਂ ਨੇ ਅਜੇ ਆਪਣੇ ਬਾਰੇ ਸੋਚਣਾ ਸ਼ੁਰੂ ਹੀ ਨਹੀਂ ਕੀਤਾ। ਐਂਡ ਜੇ ਉਹ ਇਸੇ ਕੰਡੀਸ਼ਨ ਦੇ ਵਿੱਚ ਕੰਟੀਨਿਊ ਰੱਖਦੇ ਨੇ ਆਪਣੇ ਆਪ ਨੂੰ, ਸੋ ਅੱਗੇ ਉਹਨਾਂ ਦੀ ਲਾਈਫ ਬਹੁਤ ਡਿਫਿਕਲਟ ਹੋ ਜਾਂਦੀ ਹੈ। ਯੂਜੂਲੀ ਇਹੀ ਬੱਚੇ ਨੇ ਜਿਹੜੇ ਅੱਗੇ ਗਲਤ ਆਦਤਾਂ 'ਚ ਫਸਦੇ ਨੇ, ਗਲਤ ਕੰਪਨੀ ਵਿੱਚ ਫਸਦੇ ਨੇ, ਜਾਂ ਕਿਸੇ ਨਾ ਕਿਸੇ ਅੱਗੇ ਪ੍ਰੋਬਲਮ ਬਿਹੇਵੀਅਰ ਦੇ ਵਿੱਚ ਇਨਵੋਲਵ ਹੋ ਜਾਂਦੇ ਨੇ। ਸੋ ਵਨ ਥਿੰਗ ਫॉर द ਕਿਡਸ ਇਜ਼ ਕਿ ਅਸੀਂ ਆਈਡੈਂਟੀਟੀ ਡਿਫਿਊਜ਼ਨ ਦੇ ਵਿੱਚ ਤਾਂ ਬਿਲਕੁਲ ਵੀ ਕੈਨ ਨਾਟ ਅਫੋਰਡ ਟੂ ਸਟੇ ਇਨ ਦਿਸ ਸਟੇਟਸ, ਬਿਕੋਜ਼ ਇਟਸ ਅ ਗੈਰੰਟਿਡ ਫੇਲੀਅਰ ਇਨ ਲਾਈਫ। ਤੁਸੀਂ ਅੱਗੇ ਲਾਈਫ ਦੇ ਵਿੱਚ ਕੁਝ ਵੀ ਅੱਛਾ ਐਕਸਪੈਕਟ ਨਾ ਕਰੋ ਜੇ ਤੁਹਾਡੀ ਅਜੇ ਮਾਈਂਡ ਦੀ ਸਟੇਟ ਇਹੀ ਹੈ ਕਿ ਦੇਖ ਲਾਂਗੇ, ਕਰ ਲਾਂਗੇ, ਜਿੱਦਾਂ ਹੋਊਗਾ ਚੱਲ ਜਾਊਗਾ।
which is not good at all. So second status is कि ਜਿਹੜੇ ਬੱਚੇ they know what they want to do in life, ਉਹਨਾਂ ਨੂੰ ਪਤਾ ਹੈ ਅਸੀਂ ਕੀ ਕਰਨਾ ਹੈ, ਕੀ ਕਰਨਾ ਚਾਹੁੰਦੇ ਹਾਂ, ਕਿਹੜੇ ਕਰੀਅਰ 'ਚ ਜਾਣਾ ਹੈ, ਡਾਕਟਰ ਬਣਨਾ ਹੈ ਜਾਂ ਇੰਜੀਨੀਅਰ ਬਣਨਾ ਹੈ, ਬਟ ਇਟ ਇਜ਼ ਨॉट बेस्ड upon their own true self. ਉਹ ਆਪਣੀ ਸਰਚ ਦੇ ਬੇਸ ਨਹੀਂ ਹੈ, ਉਹ ਸਿਰਫ ਪੈਰਟ ਕਰ ਰਹੇ ਨੇ ਆਈਡੀਆਜ਼ ਆਪਣੇ ਪੈਰੈਂਟਸ ਦੇ ਜਾਂ ਆਪਣੇ ਸੋਸਾਇਟੀ ਦੇ ਜਾਂ ਟੀਚਰਸ ਦੇ, ਜੋ ਉਹਨਾਂ ਨੂੰ ਕਿਸੇ ਨੇ ਦੱਸਤਾ ਕਿ ਇਹ ਕਰ ਲਓ, ਇਹ ਕਰ ਲੈਂਦੇ ਆ। ਜੇ ਉਹਨਾਂ ਦੇ ਫਰੈਂਡਸ ਨੇ ਕਹਿ ਦਿੱਤਾ ਕਿ ਚਲੋ ਅੱਜ ਅਸੀਂ ਨਾਨ ਮੈਡੀਕਲ ਵਾਲੇ ਪਾਸੇ ਐਡਮਿਸ਼ਨ ਲੈ ਲਈਏ ਜਾਂ ਕੋਟਾ ਚੱਲ ਜਾਈਏ, ਉੱਥੇ ਜਾ ਕੇ ਅਸੀਂ ਇਹ ਕਰਾਂਗੇ, ਜਾਂ ਕਿਸੇ ਨੇ ਕਹਿ ਦਿੱਤਾ ਕਿ ਚਲੋ ਕੈਨੇਡਾ ਚੱਲਦੇ ਹਾਂ, ਉੱਥੇ ਬਹੁਤ ਫਿਊਚਰ ਹੈ। ਸੋ ਇਟ ਇਜ਼ ਜਸਟ ਔਨ ਦ ਬੇਸਿਸ ਆਫ ਦੀ ਐਕਸਪੈਕਟੇਸ਼ਨਸ ਆਫ ਅਦਰਸ, ਜਾਂ ਜਿਵੇਂ ਕਿਸੇ ਨੇ ਦੱਸਤਾ ਉਦਾਂ ਉਹਨਾਂ ਨੇ ਕਰ ਲਿਆ, ਬਟ ਉਹਨਾਂ ਨੇ ਆਪਣੇ ਆਪ ਨੂੰ ਐਨਾਲਾਈਜ਼ ਨਹੀਂ ਕੀਤਾ, ਆਪਣੇ ਆਪ ਨੂੰ ਸਰਚ ਨਹੀਂ ਕੀਤਾ। ਸੋ ਅਗੇਨ ਦਿਸ ਇਜ਼ ਨॉट ਅ ਵੈਰੀ ਹੈਲਦੀ ਥਿੰਗ, ਬਿਕੋਜ਼ ਤੁਹਾਨੂੰ ਆਪਣੇ ਐਬਿਲਿਟੀਜ਼ ਬਾਰੇ, ਆਪਣੇ ਐਪਟੀਟਿਊਡ ਬਾਰੇ ਤੇ ਆਪਣੇ ਰੀਅਲ ਸੈਲਫ ਬਾਰੇ ਤੁਸੀਂ ਐਜ਼ ਅ ਸਟ੍ਰੇਂਜਰ ਰਹਿ ਜਾਂਦੇ ਹੋ, ਵਿਚ ਯੂ ਕੈਨ ਨਾਟ ਐਕਸੈਲ ਲੇਟਰ ਇਨ ਲਾਈਫ। ਤੁਸੀਂ ਉਸ ਚੀਜ਼ ਨੂੰ ਕਰ ਤਾਂ ਲਓਗੇ, ਬਟ ਤੁਸੀਂ ਉਹਦੇ 'ਚ ਐਕਸੈਲ ਨਹੀਂ ਕਰ ਪਾਓਗੇ। ਸੋ ਜਿਹੜੇ ਟੌਪ ਲੀਡਰਸ ਨੇ, ਦੇ ਆਰ ਨਾਟ ਫੋਰਕਲੋਜ਼ ਪੀਪਲ। then the third category is the moratorium. ਜਿਹੜੇ ਇਹ ਬੱਚੇ ਨੇ, they are confused, they are finding out, ਉਹ ਅਜੇ ਸਰਚ ਕਰ ਰਹੇ ਨੇ, different ਚੀਜ਼ਾਂ ਟਰਾਈ ਕਰ ਰਹੇ ਨੇ। ਕਦੀ ਉਹਨਾਂ ਦਾ ਜੀ ਕਰਦਾ ਮੈਂ ਮੈਡੀਕਲ ਲੈ ਲਾਂ, ਫਿਰ ਕੁਝ ਦੇਰ ਬਾਅਦ ਉਹ ਕਹਿਣਗੇ ਮੈਂ ਆਰਟਸ ਲੈਣੇ ਨੇ। so they are switching. so ਅਜੇ ਉਹਨਾਂ ਦੀ ਸਰਚ ਜਾਰੀ ਹੈ, ਬਟ ਸਟਿਲ they have not found an answer. ਸੋ ਇਹ ਜਿਹੜੇ ਬੱਚੇ ਨੇ, ਦੇ ਨੀਡ ਅ ਲੋਟ ਆਫ ਸਪੋਰਟ ਬਾਈ ਦ ਟੀਚਰਸ, ਬਾਈ ਦ ਪੇਰੈਂਟਸ। ਸੋ ਪੇਰੈਂਟਸ ਨੂੰ, ਸੋਸਾਇਟੀ ਨੂੰ, ਜਿਹੜੇ ਉਹਨਾਂ ਦੇ ਸੀਨੀਅਰਸ ਨੇ, ਦੇ ਸ਼ੁੱਡ ਅੰਡਰਸਟੈਂਡ ਕਿ ਇਹ ਬੱਚੇ ਆਪਣੇ ਆਪ 'ਚ ਬਹੁਤ ਜੇ ਐਂਗਜ਼ਾਇਟੀ ਫੀਲ ਕਰ ਰਹੇ ਨੇ, ਤੇ ਇਹਨਾਂ ਨੂੰ ਸਾਡੀ ਹੈਂਡ ਹੋਲਡਿੰਗ ਦੀ ਜ਼ਰੂਰਤ ਹੈ। ਦੇ ਨੀਡ ਗਾਈਡੈਂਸ, ਦੇ ਨੀਡ ਅੰਡਰਸਟੈਂਡਿੰਗ। ਇਹਨਾਂ ਨੂੰ ਅਸੀਂ ਹੈਲਪ ਕਰੀਏ ਤਾਂ ਕਿ ਇਹ ਆਪਣੇ ਆਪ ਨੂੰ ਜਾਣ ਪਾਣ। ਸੋ ਦ final status or the final stage or the final category, the ideal one, the best category ਜਿਹੜੀ ਹੈ, ਉਹ ਹੈ identity achieved status. ਇਹ ਉਹ ਬੱਚੇ ਨੇ, they know their commitments in life, they know what they want in life, ਸਾਨੂੰ ਕੀ ਚਾਹੀਦਾ ਲਾਈਫ 'ਚ, ਅਸੀਂ ਕੀ ਕਰਨਾ ਚਾਹੁੰਦੇ ਹਾਂ, ਸਾਡੇ ਵਿਊ ਪੁਆਇੰਟਸ ਕੀ ਨੇ ਅਬਾਊਟ ਕਰੀਅਰ, ਅਬਾਊਟ ਵੇਰੀਅਸ ਆਸਪੈਕਟਸ ਆਫ ਲਾਈਫ। ਕਈ ਚੀਜ਼ਾਂ ਜਿਹੜੀਆਂ ਲਾਈਫ ਦੀਆਂ ਇੰਪੋਰਟੈਂਟ ਨੇ, ਉਹਨਾਂ ਬਾਰੇ they have a very clear cut understanding. ਐਂਡ ਇਹ ਜਿਹੜੀ ਅੰਡਰਸਟੈਂਡਿੰਗ ਹੈ ਜਾਂ ਇਹ ਜਿਹੜੀ ਕਮਿਟਮੈਂਟ ਹੈ, ਦੈਟ ਇਜ਼ ਬੇਸਡ ਅਪੋਨ ਦੇਅਰ ਰੀਅਲ ਸੈਲਫ। ਉਹਨਾਂ ਨੇ ਆਪਣੇ ਆਪ ਨੂੰ ਆਪ ਐਨਾਲਾਈਜ਼ ਕੀਤਾ ਹੈ, ਸਰਚ ਕੀਤਾ ਹੈ, ਆਪਣੇ ਆਨਸਰਸ ਆਪ ਲੱਭੇ ਨੇ, ਐਂਡ ਨਾਓ ਦੇ ਨੋ what they want in life. And these are the people who are actually the most successful ones. ਜਿਹੜੇ ਵਰਲਡ ਲੀਡਰਸ ਹੋਏ ਨੇ, ਜਾਂ ਲੋਕ ਜਿਨ੍ਹਾਂ ਨੇ ਆਪਣੇ ਕਰੀਅਰ ਦੇ ਵਿੱਚ ਬਹੁਤ ਜ਼ਿਆਦਾ ਸਿਗਨੀਫਿਕੈਂਟਲੀ ਕੁਝ ਅਚੀਵ ਕੀਤਾ ਹੈ, ਕੋਈ ਨਾ ਕੋਈ ਪਾਥ ਬ੍ਰੇਕਿੰਗ ਉਹਨਾਂ ਦੀਆਂ ਅਚੀਵਮੈਂਟਸ ਨੇ, they are the identity achieved people. So my advice to the young generation, ਬੱਚਿਆਂ ਨੂੰ ਇਹੀ ਹੈ ਕਿ let's start looking inwards. ਆਪਣੇ ਆਪ ਤੇ ਕੰਮ ਕਰੋ and try to find an answer ਕਿ ਅਸੀਂ ਲਾਈਫ ਵਿੱਚ ਕੀ ਕਰਨਾ ਹੈ, ਬਟ ਇਟ ਸ਼ੁੱਡ ਬੀ ਬੇਸਡ ਅਪੋਨ ਯੋਰ ਓਨ ਸੈਲਫ। ਤੁਹਾਡੇ ਆਪਣੇ ਆਨਸਰ ਆਪ ਤੁਹਾਨੂੰ ਮਿਲਣੇ ਚਾਹੀਦੇ ਨੇ, ਨਾ ਕਿ ਕਿਸੇ ਤੋਂ ਬੋਰੋ ਕਰਨੇ ਨੇ, ਨਾ ਕਿ ਕਿਸੇ ਦੇ ਇੱਧਰ ਉੱਧਰ ਭੇਡ ਚਾਲ ਫੋਲੋ ਕਰਨੀ ਹੈ, ਤੇ ਕਿਸੇ ਨੂੰ ਬਲਾਈਂਡਲੀ ਅਸੀਂ ਫੋਲੋ ਨਹੀਂ ਕਰਨਾ। ਅਸੀਂ ਆਪਣੇ ਆਪ ਦੇ ਆਨਸਰ ਆਪ ਲੱਭਣੇ ਨੇ, ਬਿਕੋਜ਼ ਦੈਟ ਇਜ਼ ਟਰੂ ਐਕਸਲੈਂਸ। ਸੋ ਵੈਨਐਵਰ ਯੂ ਥਿੰਕ ਅਬਾਊਟ ਕਰੀਅਰ, whenever you think about your profession, ਆਪਣੇ ਆਪ ਨੂੰ ਐਨਾਲਾਈਜ਼ ਕਰੋ। ਡੋਂਟ ਗੋ ਬਾਏ ਦਿਸ ਕਿ ਮਾਰਕੀਟ ਕੀ ਕਹਿ ਰਿਹਾ ਹੈ, ਜਾਂ ਲੋਕ ਕੀ ਕਹਿ ਰਹੇ ਨੇ, ਜਾਂ ਸਿਚੁਏਸ਼ਨਸ ਕੀ ਨੇ। ਇਟ ਇਜ਼ ਯੋਰ ਇਨਰ ਕਾਲਿੰਗ। ਆਪਣੀ ਆਪ ਨੂੰ ਅੰਡਰਸਟੈਂਡ ਕਰਨਾ, ਆਪਣੀ ਆਈਡੈਂਟਿਟੀ ਸਰਚ ਕਰਨਾ ਇਜ਼ ਦ ਮੋਸਟ ਇੰਪੋਰਟੈਂਟ ਥਿੰਗ। ਐਂਡ ਵੰਸ ਯੂ ਆਰ ਏਬਲ ਟੂ ਡੂ ਇਟ, ਤੁਹਾਨੂੰ ਡੈਫੀਨੇਟਲੀ ਆਪਣੇ ਪ੍ਰੋਫੈਸ਼ਨ ਦੇ ਵਿੱਚ, ਆਪਣੇ ਕਰੀਅਰ ਦੇ ਵਿੱਚ ਐਕਸਲੈਂਸ ਜ਼ਰੂਰ ਮਿਲੇਗੀ। ਸੋ ਗੁੱਡ ਲੱਕ ਟੂ ਆਲ ਆਫ ਯੂ। ਸਟਾਰਟ ਨੋਇੰਗ ਯੋਰ ਸੈਲਫ ਐਂਡ ਦੈਨ once you have done it, ਉਸ ਤੋਂ ਬਾਅਦ ਸ਼ਾਰਟ ਲਿਸਟ ਕਰੋ ਕਿ ਕਿਹੜੀਆਂ ਜਿਹੜੀਆਂ ਆਕੂਪੇਸ਼ਨਸ ਨੇ, ਪ੍ਰੋਫੈਸ਼ਨਸ ਨੇ, ਉਹ ਮੈਚ ਕਰਦੀਆਂ ਨੇ, ਤੇ ਜਿਹੜੇ ਤੁਸੀਂ ਆਪਣੀ ਰਿਐਲਿਟੀ ਹੈ, ਹਾਊ ਮਚ ਜਿਓਗ੍ਰਾਫਿਕਲੀ ਯੂ ਕੈਨ ਅਫੋਰਡ ਟੂ ਗੋ ਦੇਅਰ, ਫਾਈਨੈਂਸ਼ੀਅਲੀ ਕਿਸ ਤਰ੍ਹਾਂ ਅਫੋਰਡ ਕਰ ਸਕਦੇ ਹੋ, ਉਸ ਹਿਸਾਬ ਨਾਲ ਤੁਸੀਂ ਆਪਣੀ ਕਾਲਜ ਦੀ ਚੋਇਸ ਜਾਂ ਆਪਣੇ ਇੰਸਟੀਟਿਊਸ਼ਨ ਦੀ ਚੋਇਸ ਕਰੋ। ਥੈਂਕ ਯੂ।